ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਾਰ ਜੋਰੀ, ਨਮੋ ਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰਉ ਤਾਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਇਸਮੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਅਥ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥੇ ਪ੍ਰਥਮੇ ਖਾਲਸੇ ਜੀ ਕੀ ਆਦ ਉਤਪਤੀ ਕੀ ਸਾਖੀ। ਦੋਹਰਾ ਸ੍ਰੀ ਗੁਰੂ ਨਾਨਕ ਚਰਨਾਰਬੰਦ, ਗੁਰ ਗੋਬਿੰਦ ਸਿੰਘ ਧਿਆਏ। ਲਿਖੋ ਉਤਪਤੀ ਖਾਲਸੇ, ਮੋਹ ਨਿਜ ਕਰਹੁ ਸਹਾਏ। ਦੋਹਰਾ ਸ੍ਰੀ ਗੁਰੂ ਨਾਨਕ ਚਰਨਾਰਬੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀय ਗੁਰੂ ਸਰੂਪ ਸਾਧ ਸੰਗਤ ਵਡਭਾਗੇ ਹੋ, ਜੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰਬਾਣੀ ਪਾਠ, ਮਨੋਰ ਕੀਰਤਨ, ਹੋਰ ਗੁਰਮਤਿ ਵਿਚਾਰਾਂ ਸਰਵਣ ਕਰਕੇ ਸੋ ਲਾਹੇ ਪ੍ਰਾਪਤ ਕਰ ਰਹੇ ਸੋ। ਗੁਰੂ ਸੰਗਤ ਜੀ, ਜਿਹੜੀਆਂ ਸੰਗਤਾਂ ਨੇਮ ਨਾਲ ਇਤਿਹਾਸ ਦੀ ਕਥਾ ਸਰਵਣ ਕਰਦੀਆਂ ਨੇ, ਉਹਨਾਂ ਨੂੰ ਪਤਾ ਹੈ ਬੀਤੀ ਕੱਲ ਜੋ 255 ਸਾਲ ਦਾ ਇਤਿਹਾਸ ਹੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਤੱਕ 239 ਸਾਲ 6 ਮਹੀਨੇ। ਉਸ ਤੋਂ ਅੱਗੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ, ਫਿਰ ਮਾਤਾ ਸੁੰਦਰ ਕੌਰ ਜੀ, ਪਾਲਕ ਅਜੀਤ ਸਿੰਘ, ਹਠੀ ਸਿੰਘ ਇਤਿਆਦਿਕ। ਸੋ ਇਸ ਇਤਿਹਾਸ ਦੀ ਜੋ ਹੈ ਬੀਤੀ ਕੱਲ ਗੁਰੂ ਕਿਰਪਾ ਸਦਕਾ ਜੋ ਸਮਾਪਤੀ ਹੋਈ ਹੈ। ਬਣੇ ਪ੍ਰੋਗਰਾਮ ਅਨੁਸਾਰ ਹੁਣ ਜੋ ਵਿਚਾਰ ਪ੍ਰਾਰੰਭ ਹੋ ਰਹੀ ਹੈ ਉਹ ਸਾਡਾ ਇਤਿਹਾਸਕ ਗ੍ਰੰਥ ਹੈ, ਉਸ ਦਾ ਨਾਮ ਹੈ ਪੰਥ ਪ੍ਰਕਾਸ਼ ਕ੍ਰਿਤ ਸਰਦਾਰ ਰਤਨ ਸਿੰਘ ਪੰਗੂ। ਸੋ ਇਹ
ਸਾਡੇ ਬਹੁਤ ਸਾਰੇ ਇਤਿਹਾਸਕ ਸੋਮਿਆਂ ਦਾ ਇੱਕ ਹਿੱਸਾ ਹੈ। ਇਸ ਤੋਂ ਪਹਿਲਾਂ ਕਿ ਮੈਂ ਮੂਲ ਕਾਵਿ ਰੂਪ ਵੱਲ ਤੁਹਾਡਾ ਧਿਆਨ ਦਿਵਾਵਾਂ, ਇਸ ਗ੍ਰੰਥ ਦੇ ਉਥਾਨਕਾ ਦੇ ਸੰਬੰਧ ਵਿੱਚ ਮੈਂ ਸਿਰਫ 2-1 ਮਿੰਟ ਤੁਹਾਡੇ ਲੈਣੇ ਚਾਹਾਂਗਾ। ਇਹ ਗ੍ਰੰਥ ਹੋਂਦ ਵਿੱਚ ਕਿਸ ਤਰ੍ਹਾਂ ਆਇਆ। ਹਾਲਾਂਕਿ ਪੰਥ ਪ੍ਰਕਾਸ਼ 2 ਨੇ, ਦੂਸਰਾ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਹੁਣਾਂ ਦਾ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਗੁਰੂ ਅਮਰਦਾਸ ਜੀ ਦੇ ਵੰਸ਼ਜ ਬਾਬਾ ਸਰੂਪ ਦਾਸ ਜੀ ਭੱਲਾ, ਉਹਨਾਂ ਦਾ ਮਹਿਮਾ ਪ੍ਰਕਾਸ਼ ਜਿਹੜਾ ਪੰਜਾਬ ਸਰਕਾਰ ਭਾਸ਼ਾ ਵਿਭਾਗ ਨੇ 2 ਹਿੱਸਿਆਂ ਵਿੱਚ ਭਾਗ ਪਹਿਲਾ ਤੇ ਭਾਗ ਦੂਜਾ ਪ੍ਰਿੰਟ ਕਰਕੇ ਜੋ ਪਬਲਿਸ਼ ਕੀਤਾ। ਜਨਮ ਸਾਖੀਆਂ ਨੇ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਹੈ, ਗੁਰਬਿਲਾਸ ਪਾਤਸ਼ਾਹੀ 6ਵੀਂ ਹੈ, ਗੁਰਬਿਲਾਸ ਪਾਤਸ਼ਾਹੀ 10ਵੀਂ ਹੈ, ਗੁਰਸ਼ੋਭਾ ਗ੍ਰੰਥ ਹੈ। ਔਰ ਇਹ ਪੂਰਾ ਇੱਕ ਗੱਡਾ ਭਰਿਆ ਜਾਂਦਾ ਜੋ ਸਾਡੇ ਇਤਿਹਾਸਕ ਗ੍ਰੰਥਾਂ ਦਾ ਹੈ। ਉਹਨਾਂ ਵਿੱਚੋਂ ਹੀ ਇੱਕ ਬਹੁਤ ਹੀ ਭਰੋਸੇਯੋਗ ਗ੍ਰੰਥ ਹੈ ਜਿਸ ਦਾ ਨਾਮ ਹੈ ਪੰਥ ਪ੍ਰਕਾਸ਼ ਕ੍ਰਿਤ ਰਤਨ ਸਿੰਘ ਪੰਗੂ। ਤੋ ਇਹ ਜਿਹੜਾ ਪੰਥ ਪ੍ਰਕਾਸ਼ ਨਾਮੀ ਗ੍ਰੰਥ ਹੈ ਗੁਰੂ ਕੀ ਸਾਧ ਸੰਗਤ ਜੀ, ਇਹ ਇੱਕ ਗੋਰਾ ਅਫਸਰ ਸੀ ਸਰ ਡੇਵਿਡ ਆਕਟਰ ਲੋਨੀ। ਮੈਂ ਫਿਰ ਰਿਮਾਈਂਡ ਕਰਵਾ ਦਿਆਂ, ਸਰ ਡੇਵਿਡ ਆਕਟਰ ਲੋਨੀ। ਇਸ ਤੋਂ ਪਹਿਲਾਂ ਭੂਗੋਲਿਕ ਪ੍ਰਸਥਿਤੀਆਂ ਸਮਝਣੀਆਂ ਵੀ ਬੜੀਆਂ ਜ਼ਰੂਰੀ ਨੇ। ਸਤਲੁਜ ਤੋਂ ਉਸ ਪਾਰ ਫਲੌਰ ਤੋਂ ਲੈ ਕੇ ਦੂਰ ਅਟਕ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ। ਇੱਧਰ ਫੂਲਵੰਸ਼ ਹੈ, ਬਾਪੂ ਆਲਾ ਸਿੰਘ, ਮਹਾਰਾਜਾ ਪਟਿਆਲਾ, ਨਾਭਾ ਰਿਆਸਤ, ਜੀਂਦ ਰਿਆਸਤ, ਸੰਗਰੂਰ ਰਿਆਸਤ, ਕੈਥਲ ਰਿਆਸਤ, ਇਹ तमाम ਸਿੱਖ ਰਿਆਸਤਾਂ ਨੇ। ਪਰ ਦਰਮਿਆਨ ਵਿੱਚ ਇੱਕ ਬੈਲਟ ਜਿਹੜੀ ਸੀ ਉਹ ਉਸ ਪੀਰੀਅਡ ਵਿੱਚ ਵੀ ਅੰਗਰੇਜ਼ਾਂ ਕੋਲ ਸੀ। ਉਹਨੂੰ ਪਹਿਲਾਂ ਵੀ ਲੋਧੀਆਂ ਨੇ ਵਸਾਇਆ ਸੀ। 2 ਵੱਡੇ ਨਗਰ ਸੁਲਤਾਨਪੁਰ ਲੋਧੀ ਤੇ ਲੋਧੀਆਣਾ, ਜੋ ਬਾਅਦ ਵਿੱਚ ਫਲੋ ਵਿੱਚ ਕਹਿਣ ਨਾਲ ਲੁਧਿਆਣਾ ਬਣ ਗਿਆ। ਸੋ ਲੁਧਿਆਣਾ ਵਿਚਕਾਰ ਜਿਹੜਾ ਲੁਧਿਆਣੇ ਦੀ ਬਾਕੀ ਸ਼ਹਿਰਾਂ ਨਾਲੋਂ ਜ਼ਿਆਦਾ ਗਰੋਥ ਕਰ ਜਾਣ ਦਾ ਕਾਰਨ ਇਹ ਸੀ ਵੀ ਪਹਿਲਾਂ ਲੋਧੀਆਂ ਨੇ ਇਹਨੂੰ ਡਿਵੈਲਪ ਕਰਨ ਵਿੱਚ ਜ਼ੋਰ ਲਾਇਆ। ਫਿਰ ਇਹ ਬ੍ਰਿਟਿਸ਼ ਸਰਕਾਰ ਦੇ ਅੰਡਰ ਵੀ ਰਿਹਾ, ਭਾਵੇਂ ਸਾਰਾ ਹੀ ਪੰਜਾਬ ਰਿਹਾ, ਪਰ ਇਹ ਕੁਝ ਜ਼ਿਆਦਾ ਪੀਰੀਅਡ ਰਿਹਾ, ਅਗੇਤਾ ਰਿਹਾ, ਪਿਛੇਤਾ ਰਿਹਾ। ਸੋ ਇੱਥੇ ਗੋਰਿਆਂ ਨੇ ਕੁਝ ਡਿਵੈਲਪਮੈਂਟ ਵੀ ਕੀਤੀ। ਸੋ ਸਰ ਡੇਵਿਡ ਆਕਟਰ ਲੋਨੀ ਜਿਹੜਾ ਹੈ, ਉਹਨੇ ਪ੍ਰੇਰਿਆ ਸੀ ਸਿੱਖ ਇਤਿਹਾਸ ਬਾਰੇ ਕੈਪਟਨ ਮਰੇ ਨੂੰ। ਇਹਨੂੰ ਮਰੀ ਕਰਕੇ ਵੀ ਲਿਖਿਆ, ਮੰਮਾ ਰਾਰੇ ਨੂੰ ਬਿਹਾਰੀ ਨਾਲ ਤੇ ਮੰਮਾ ਰਾਰਾ ਲਾਂ ਦੇ ਨਾਲ ਮਰੇ ਵੀ ਲਿਖਿਆ। ਕੈਪਟਨ ਮਰੇ ਜਿਹੜਾ ਹੈ, ਉਹਨੇ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਜੀ ਬੂਟੇ ਸ਼ਾਹ ਦੀ ਡਿਊਟੀ ਲਗਾਈ ਸੀ 1807 ਈਸਵੀ ਵਿੱਚ ਵੀ ਫਾਰਸੀ ਵਿੱਚ ਸਿੱਖਾਂ ਦਾ ਇਤਿਹਾਸ ਲਿਖਿਆ ਜਾਏ। ਮੈਂ ਫਿਰ ਇਹ ਪਾਤਰ 3-4, ਕਿਉਂਕਿ ਇਹ ਫਿਰ ਕਈ ਮਹੀਨੇ ਕਥਾ ਚੱਲਣੀ ਹੈ ਸ੍ਰੀ ਪੰਥ ਪ੍ਰਕਾਸ਼ ਦੀ। ਕੋਈ ਪੰਥ ਪ੍ਰਕਾਸ਼ ਕੀ ਹੈ, ਪੰਥ ਪ੍ਰਕਾਸ਼ ਦਾ ਕਰਤਾ ਕੌਣ ਹੈ। ਇਹ ਪਾਵਨ ਗ੍ਰੰਥ ਜੋ ਜਿਹੜੇ ਸੰਗਤ ਜੀ ਇਤਿਹਾਸ ਦੇ ਸਾਡੇ ਸਕਾਲਰ ਨੇ ਨਾ, ਉਹ ਕਹਿੰਦੇ ਨੇ ਵੀ ਸਾਡੇ तमाम ਇਤਿਹਾਸਕ ਗ੍ਰੰਥ ਸਤਿਕਾਰਯੋਗ ਨੇ, ਪਰ ਜਿੰਨਾ ਸੱਚ ਦੇ ਨੇੜੇ ਰਤਨ ਸਿੰਘ ਭੰਗੂ ਦਾ ਪੰਥ ਪ੍ਰਕਾਸ਼ ਹੈ, ਉਤਨਾ ਕੋਈ ਹੋਰ ਗ੍ਰੰਥ ਸੱਚ ਦੇ ਯਥਾਰਥ ਦੇ ਨਜ਼ਦੀਕ ਨਹੀਂ ਹੈ। ਬਹੁਤ ਬਰੀਫ ਵਿੱਚ ਔਰ ਬੜੇ ਕਮਾਲ ਦੀ ਇਨਫੋਰਮੇਸ਼ਨ ਹੈ। ਸੋ ਸਰ ਡੇਵਿਡ ਆਕਟਰ ਲੋਨੀ ਨੇ ਸੰਗਤ ਜੀ ਕੈਪਟਨ ਮਰੇ ਨੂੰ ਇਹ ਹੁਕਮ ਦਿੱਤਾ ਵੀ ਸਿੱਖਾਂ ਦਾ ਪਤਾ ਲੱਗੇ ਵੀ ਇਹ ਕੌਣ ਨੇ, ਇਹਨਾਂ ਦੀ ਹਿਸਟੋਰੀ ਕੀ ਹੈ, ਇਹਨਾਂ ਦੀ ਸਪਿਰਿਟ ਕਿਸ ਤਰ੍ਹਾਂ ਦੀ ਹੈ। ਸੋ ਕੈਪਟਨ ਮਰੇ ਨੇ ਬੂਟੇ ਸ਼ਾਹ ਨੂੰ ਫਾਰਸੀ ਵਿੱਚ ਇਹ ਗ੍ਰੰਥ ਲਿਖਣ ਦਾ ਹੁਕਮ ਕੀਤਾ। ਹੁਣ ਉਹਨਾਂ ਦਿਨਾਂ ਸਰਦਾਰ ਰਤਨ ਸਿੰਘ ਭੰਗੂ ਭਰ ਗੱਭਰੂ ਸਨ। ਇਸੇ ਬੈਲਟ ਨੂੰ ਲੁਧਿਆਣੇ ਤੋਂ ਸਮਰਾਲੇ ਵੱਲ ਜਾਈਏ ਤੇ ਇਸ ਬੈਲਟ ਨੂੰ ਬਿਲੋਂਗ ਕਰਦੇ ਸਨ। ਉਹਨਾਂ ਦਾ ਇਲਾਕਾ ਵੀ ਬ੍ਰਿਟਿਸ਼ ਸਰਕਾਰ ਦੇ ਉਹਨਾਂ ਦੇ ਮਤਹਿਤ ਹੀ ਉਹਨਾਂ ਦਾ ਪਿੰਡ ਪੈਂਦਾ ਸੀ। ਉਹਨਾਂ ਦਾ ਵਾਹ ਪੈਣਾ ਸੁਭਾਵਕ ਸੀ, ਲੁਧਿਆਣੇ ਆਉਣ ਜਾਣ ਸੀ। ਸੋ ਇਸ ਪ੍ਰਕਾਰ ਜਦੋਂ ਕੈਪਟਨ ਮਰੇ ਨੇ ਸਰਦਾਰ ਰਤਨ ਸਿੰਘ ਭੰਗੂ ਨੂੰ ਬੂਟੇ ਸ਼ਾਹ ਦਾ ਫਾਰਸੀ ਵਿੱਚ ਲਿਖਿਆ ਹੋਇਆ ਸਿੱਖਾਂ ਦਾ ਇਤਿਹਾਸ ਵਿਖਾਇਆ ਫਕਰ ਨਾਲ ਵੀ ਵੇਖੋ ਅਸੀਂ ਤੁਹਾਡਾ ਇਤਿਹਾਸ ਖਰਚ ਕਰਕੇ ਲਿਖਵਾ ਰਹੇ ਹਾਂ, ਤੇ ਸਰਦਾਰ ਰਤਨ ਸਿੰਘ ਭੰਗੂ ਉਹਨੂੰ ਪੜ੍ਹ ਕੇ ਕੈਪਟਨ ਮਰੇ ਨੂੰ ਕਹਿਣ ਲੱਗੇ ਵੀ ਇਹ ਤੁਸੀਂ ਪਰਉਪਕਾਰ ਨਹੀਂ ਕਰ ਰਹੇ, ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ। ਉਹ ਬੜਾ ਹਾਰਟ ਹੋਇਆ। ਉਹ ਕਹਿਣ ਲੱਗਾ ਉਹ ਕਿਵੇਂ? ਆਖਣ ਲੱਗੇ ਵੀ ਇਹ ਮੁਸਲਮਾਨ ਹੈ ਔਰ ਇਹਨਾਂ ਨੇ ਜਿਹੜਾ ਸਾਡਾ ਇਤਿਹਾਸ ਲਿਖਿਆ ਹੈ ਉਹ ਜਿਸ ਤਰ੍ਹਾਂ ਲਿਖਣਾ ਚਾਹੀਦਾ ਸੀ ਉਸ ਤਰ੍ਹਾਂ ਨਹੀਂ ਲਿਖਿਆ। ਸਾਡਾ ਇਤਿਹਾਸ ਬੜਾ ਗੌਰਵਮਈ ਹੈ,
ਇਹਨਾਂ ਨੇ ਉਹਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਹੈ। ਮਨ ਵਿੱਚ ਵਿਤਕਰਾ ਆ ਗਿਆ ਵੀ ਇਹ ਸਿੱਖਾਂ ਦੀ ਹਿਸਟਰੀ ਹੈ ਔਰ ਕਿਸੇ ਵੀ ਪਹਿਲੂ ਤੋਂ ਇਹਨਾਂ ਦਾ ਇਤਿਹਾਸ ਸਾਡੇ ਇਤਿਹਾਸ ਨਾਲੋਂ ਬੈਟਰ ਨਹੀਂ ਹੋਣਾ ਚਾਹੀਦਾ। ਇਸ ਵਾਸਤੇ ਇਤਿਹਾਸ ਠੀਕ ਨਹੀਂ ਲਿਖਿਆ ਗਿਆ, ਇਹ ਸਾਨੂੰ ਪ੍ਰਵਾਨ ਨਹੀਂ, ਇਹਨੂੰ ਸਿੱਖ ਪ੍ਰਵਾਨ ਨਹੀਂ ਕਰਨਗੇ। ਤੁਸੀਂ ਚੰਗਾ ਨਹੀਂ ਕੀਤਾ, ਸਗੋਂ ਸਿੱਖ ਤੁਹਾਨੂੰ ਇਸ ਗੱਲ ਦਾ ਉਲਾਮਾ ਦੇਣਗੇ, ਤੁਹਾਨੂੰ ਕੋਸਣਗੇ। ਕੈਪਟਨ ਮਰੇ ਚੰਗਾ ਵਿਅਕਤੀ ਹੋਣਾ। ਉਹ ਫਿਰ ਕਹਿਣ ਲੱਗਾ, ਸਰਦਾਰ ਰਤਨ ਸਿੰਘ ਜੀ ਤੁਸੀਂ ਪੜ੍ਹੇ ਲਿਖੇ ਹੋ, ਕਵੀ ਵੀ ਹੋ, ਸੋਹਣੀਆਂ ਕਵਿਤਾਵਾਂ ਰਚ ਲੈਂਦੇ ਹੋ, ਮੈਂ ਤੁਹਾਡੀ ਮਦਦ ਕਰਾਂਗਾ, ਫਿਰ ਤੁਸੀਂ ਇਤਿਹਾਸ ਲਿਖੋ। ਤੋ ਇਸ ਪ੍ਰਕਾਰ ਸਰਦਾਰ ਰਤਨ ਸਿੰਘ ਭੰਗੂ ਜਿਹੜੇ ਸਨ ਉਹ ਕੈਪਟਨ ਮਰੇ ਦੇ ਪ੍ਰੇਰੇ ਹੋਏ। ਔਰ ਦੂਸਰਾ ਉਹਨਾਂ ਦੇ ਮਨ ਵਿੱਚ ਇਹ ਸੀ ਵੀ ਜੇ ਮੈਂ ਨਾ ਲਿਖਿਆ ਤੇ ਇਹ ਬੂਟੇ ਸ਼ਾਹ ਦਾ ਫਾਰਸੀ ਵਿੱਚ ਲਿਖਿਆ ਹੋਇਆ ਜਿਹੜਾ ਗ੍ਰੰਥ, ਚਲੋ ਬਾਜ਼ਾਰ ਵਿੱਚ ਤੇ ਉਹ ਫਿਰ ਵੀ ਆ ਗਿਆ, ਹੁਣ ਵੀ ਉਹ ਅਵੇਲੇਬਲ ਹੈ, ਪਰ ਉਹਦੇ ਗਲਤ ਜਿਹੜੀ ਬਿਆਨਬਾਜ਼ੀ ਹੈ ਉਹ ਤਹਿਕੀਕਾਤ ਕਿਸ ਤਰ੍ਹਾਂ ਹੋਵੇਗੀ। ਤੋ ਇਸ ਤਰ੍ਹਾਂ ਇਹ ਜਿਹੜਾ ਗ੍ਰੰਥ ਸੀ, ਜਿਹੜਾ ਅਸੀਂ ਤੁਹਾਡੇ ਸਾਹਮਣੇ ਪੋਥੀ ਸਾਹਿਬ ਪੀੜਾ ਸਾਹਿਬ ਤੇ ਰੱਖ ਕੇ ਸਜਾ ਕੇ ਬੈਠੇ ਹਾਂ, ਸੰਖੇਪ ਜਿਹੀ ਇਹਦੀ ਜਾਣਕਾਰੀ ਹੈ ਵੀ ਇਹ ਗ੍ਰੰਥ ਹੋਂਦ ਵਿੱਚ ਕਿਸ ਤਰ੍ਹਾਂ ਆਇਆ। ਸਰਦਾਰ ਰਤਨ ਸਿੰਘ ਭੰਗੂ ਦੀ ਉਮਰ ਉਦੋਂ 20 ਤੋਂ 25 ਸਾਲ ਦੀ ਹੋਵੇਗੀ, ਜਿਸ ਦਰਮਿਆਨ ਉਹਨਾਂ ਨੇ ਇਹ ਇਤਿਹਾਸ ਜਿਹੜਾ ਸੀ ਉਹ ਲਿਖਣਾ ਸ਼ੁਰੂ ਕੀਤਾ। ਸੋ ਗੁਰੂ ਦੀ ਆਗਿਆ ਲੈ ਕੇ, ਸੰਗਤ ਦੀ ਅਸੀਸ ਲੈ ਕੇ ਆਓ ਅੱਜ ਅਸੀਂ ਇਸ ਪਾਵਨ ਗ੍ਰੰਥ ਦੀ ਵਿਚਾਰ ਜਿਹੜੀ ਹੈ ਉਹ ਸ਼ੁਰੂ ਕਰਦੇ ਹਾਂ। ਜਿਤਨੇ ਕੁ ਪ੍ਰੇਮੀ ਗੁਰੂ ਚਰਨਾਂ ਵਿੱਚ ਬੈਠੇ ਹੋ, ਸਾਰਿਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸਰੀਰਾਂ ਕਰਕੇ ਸਾਵਧਾਨ ਹੋਵੋ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਹਾਰਟ ਨਾ ਹੋਇਓ। ਮੈਂ ਕਈ ਵਾਰ ਵੇਖਣਾ ਛੋਟੀਆਂ ਛੋਟੀਆਂ ਬੱਚੀਆਂ, ਮੇਰੀਆਂ ਬੇਟੀਆਂ ਢੋਲ ਆ ਕੇ ਬੈਠੀਆਂ ਹੁੰਦੀਆਂ ਨੇ, ਵੀ ਸ਼ਦੈਣੋ ਤੁਹਾਨੂੰ ਢੋਲ ਆਉਣ ਦੀ ਕੀ ਲੋੜ ਹੈ, ਇਹ ਕੋ ਨਾ ਤੁਰੀ ਤੇ ਬਾਬਾ ਤੇ ਆਈ। ਕਮ ਸੇ ਕਮ ਤੁਸੀਂ ਅਜੇ ਜਵਾਨ ਜਾਣਦੇ, ਅਜੇ ਤੇ ਬੜਾ ਕੁਝ ਕਰਨਾ ਹੈ, ਅਜੇ ਤੇ ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧ ਤੁਸੀਂ ਸੰਭਾਲਨੇ ਨੇ, MLA ਤੁਸੀਂ ਬਣਨਾ ਹੈ, MP ਤੁਸੀਂ ਬਣਨਾ ਹੈ। ਜੇ ਸਪਿਰਿਟ ਰੱਖੋ ਤੇ ਅੱਜ ਦੇ ਬੱਚੇ ਕੱਲ ਦੇ ਨੇਤਾ ਬਣਨੇ ਨੇ, ਤੇ ਤੁਸੀਂ ਹੁਣੇ ਹੀ ਕੰਧਾਂ ਨਾਲ ਢੋਆਂ ਲਾ ਕੇ ਬਵੋਗੀਆਂ ਤੇ ਗਾਂ ਕੀ ਕਰੋਗੀਆਂ। ਇਸ ਵਾਸਤੇ ਜਦੋਂ ਗੁਰੂ ਕੇ ਦਰਬਾਰ 'ਚ ਬਵੋ, ਜੇ ਮਜਬੂਰੀ ਨਹੀਂ ਤੇ ਸਰੀਰ ਕਰਕੇ ਸਾਵਧਾਨ, ਰੀੜ ਦੀ ਹੱਡੀ ਪੂਰੀ 90 ਡਿਗਰੀ ਦੇ ਕੋਣ ਦੇ ਉੱਤੇ, ਤੇ ਮਨ ਕਰਕੇ ਇਕਾਗਰ। ਮਨ ਦੀ ਇਕਾਗਰਤਾ ਤੇ ਸਰੀਰ ਦੀ ਖਬਰਦਾਰਤਾ ਵਾਸਤੇ ਇੱਕ ਵਾਰੀ ਸਾਰੇ ਗੁਰੂ ਮੰਤਰ ਦਾ ਉਚਾਰਨ ਕਰੋ। ਕੋਈ ਇੱਕ ਰਸਨਾ ਵੀ ਵਾਂਝੀ ਨਾ ਰਵੇ, ਸਾਰੇ ਪਿਆਰ ਨਾਲ ਕਰੋ ਉਚਾਰਨ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੀਓ ਦੋਹਰਾ ਸ੍ਰੀ ਗੁਰੂ ਨਾਨਕ ਚਰਨਾਰਬੰਦ ਗੁਰੂ ਗੋਬਿੰਦ ਸਿੰਘ ਧਿਆਏ। ਸੰਗਤ ਜੀ ਇਹਨੂੰ ਮੰਗਲਾਚਰਨ ਵੀ ਕਹਿੰਦੇ ਨੇ। ਮੰਗਲ ਦੇ ਅੱਖਰੀ ਅਰਥ ਹੁੰਦੇ ਨੇ ਖੁਸ਼ੀ, ਤੇ ਚਰਨ ਸ਼ਬਦ ਹੈ ਨਾ ਜਿਹੜਾ ਇੱਥੇ ਚਰਨ ਦੇ ਅਰਥ ਨੇ ਹਿੱਸਾ। ਜਿਵੇਂ ਤੁਸੀਂ ਸਾਡੇ ਦੇਸ਼ ਵਿੱਚ ਖਬਰਾਂ ਸੁਣਦੇ ਹੋ ਵੀ ਫਲਾਂ ਸੂਬੇ ਦੀ ਜੋ ਵੋਟਿੰਗ ਹੈ ਉਹ 4 ਚਰਨਾਂ ਵਿੱਚ ਹੋਵੇਗੀ, ਯਾਨੀ 4 ਹਿੱਸਿਆਂ ਵਿੱਚ ਹੋਵੇਗੀ। ਤੋ ਇਹ ਉਹ ਹਿੱਸਾ ਹੈ, ਉਹ ਖੰਡ ਹੈ ਜਿਹਦੇ ਵਿੱਚ ਸਾਹਿਤ ਰਚਣ ਤੋਂ ਪਹਿਲਾਂ ਉਹਦਾ ਮੰਗਲਾਚਰਨ ਹੋ ਗਿਆ। ਕਲਗੀਧਰ ਪਾਤਸ਼ਾਹ ਦਾ ਇਹ ਸੁਭਾਅ ਸੀ, ਜਦੋਂ ਉਹਨਾਂ ਦਾ ਅਸੀਂ ਸਾਹਿਤ ਪੜ੍ਹਨੇ ਆ ਦਸਮ ਗ੍ਰੰਥ ਵਿੱਚੋਂ, ਜੋ ਅਸੀਂ ਨਿਤਨੇਮ ਦੀਆਂ ਬਾਣੀਆਂ ਵਿੱਚ ਵੀ ਉਹਨਾਂ ਦੀ ਬਾਣੀ ਪੜ੍ਹਨੇ ਆ ਕਲਗੀਧਰ ਪਾਤਸ਼ਾਹ ਦੀ। ਗੁਰੂ ਕੀ ਸੰਗਤ, ਉਹ ਤਾ ਪ੍ਰਸਾਦ ਤੁਹਾਡੀ ਕਿਰਪਾ ਨਾਲ ਮੈਂ ਇਹ ਸਾਹਿਤ ਜਿਹੜਾ ਹੈ ਉਹ ਲਿਖਣ ਲੱਗਾ, ਤੁਸੀਂ ਅੰਗ ਸੰਗ ਸਹਾਈ ਹੋਣਾ। ਸਾਹਿਤ ਲਿਖਣ ਲੱਗਿਆਂ ਵੀ ਅਰਦਾਸ ਕੀਤੀ ਜਾਂਦੀ ਸੀ। ਜਦੋਂ ਅੱਲਾ ਯਾਰ ਖਾਂ ਜੋਗੀ ਸਾਹਿਬਜ਼ਾਦਿਆਂ ਦਾ ਇਤਿਹਾਸ ਲਿਖਦਾ ਹੈ ਤੇ ਲਿਖਦਿਆਂ ਥੋੜੀ ਜਿਹੀ ਔਕੜ ਆਉਂਦੀ ਏ ਤੇ ਫਿਰ ਉਹ ਵੀ ਅਰਦਾਸ ਕਰਦਾ ਹੈ, ਐ ਕਤਰਾ ਏ ਨਾਚੀਜ में जान डालने वाले, ऐ रहम के सांचे में हुसी डालने वाले, ऐ रंग रंगीले, ऐ हमें पालने वाले, आफत को ऐ बन के सिपर टालने वाले, ना अहल हूँ दाता तू मुझे अहल बना ले, और मुश्किल जिसे समझूं तू उसे सहल बना ले। ऐ कतरा की है पिता ਦਾ ਬਿੰਦ ਇੱਕ ਕਤਰਾ, ਉਹਦੇ 'ਚ ਜਾਨ ਪਾ ਦੇਣਾ, 6-7-8 ਫੁੱਟ ਦਾ ਬੰਦਾ ਬਣਾ ਦੇਣਾ, ਇਸਤਰੀ ਬਣਾ ਦੇਣਾ। ਇਹ ਕਤਰਾ ਇਹ ਨਾ ਚੀਜ਼ ਮੇ ਜਾਨ ਡਾਲਣੇ ਵਾਲੇ, ਇਹ ਰਹਿਮ ਕੇ ਸਾਂਚੇ, ਮਾਂ ਦਾ ਗਰਭ, ਹੁਸੀਨ ਡਾਲਣੇ ਵਾਲੇ, ਉਹਦੇ 'ਚ ਹੁਸਨ ਪਾ ਦੇਣਾ, ਜਲਵਾ ਪਾ ਦੇਣਾ। ਇਹ ਰੰਗ ਰੰਗੀਲੇ, ਇਹ ਹਮੇ ਪਾਲਣੇ ਵਾਲੇ, ਆਫਤ ਕੋ ਮੁਸੀਬਤਾਂ ਨੂੰ ਬਨ ਕੇ ਸਿਪਰ, ਢਾਲ ਬਣ ਕੇ ਟਾਲਣ ਵਾਲੇ। ਮੈਂ ਨਲਾਇਕ ਹਾਂ, ਇੱਦਾਂ ਕਹਿੰਦੇ ਹੋ। ਨਾ ਅਹਿਲ ਹੂੰ ਦਾਤਾ ਤੂੰ ਮੁਝੇ ਅਹਿਲ ਬਣਾ ਦੇ, ਲਾਇਕ ਬਣਾ ਲੈ।
ਔਰ ਲਾਇਕ ਬਣਾ ਕੇ ਸਾਹਿਬਜ਼ਾਦਿਆਂ ਦਾ ਇਹ ਸ਼ਹੀਦੀ ਸਾਕਾ ਮੇਥੋਂ ਲਿਖਾ ਲੈ, ਮੁਸ਼ਕਿਲ ਜਿਸੇ ਸਮਝੂੰ ਤੂੰ ਉਸੇ ਸਹਿਲ ਬਣਾ ਲੈ। ਸਰਦਾਰ ਰਤਨ ਸਿੰਘ ਭੰਗੂ ਕਹਿੰਦੇ ਨੇ, ਮੈਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕਰਦਾ ਹਾਂ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਧਰਦਾ ਹਾਂ। ਲਿਖੋ ਉਤਪਤੀ ਖਾਲਸੇ ਮੋਹ ਨਿਜ ਕਰੋ ਸਹਾਏ। ਤੋ ਕੈਪਟਨ ਮਰੇ ਨੇ ਪੁੱਛਿਆ ਸੀ ਵੀ ਖਾਲਸੇ ਦੀ ਉਤਪਤੀ ਕਿਵੇਂ ਹੋਈ, ਜਿਵੇਂ ਹੁਣੇ ਬੱਚਿਆਂ ਤੋਂ ਪ੍ਰਸ਼ਨ ਕੀਤਾ ਸੀ ਖਾਲਸਾ ਕਿੱਥੋਂ ਪ੍ਰਗਟ ਹੋਇਆ, ਤੇ ਬੱਚੇ ਨੇ ਜਵਾਬ ਦਿੱਤਾ ਵੀ ਖੰਡੇ ਦੀ ਧਾਰ ਵਿੱਚੋਂ। ਸੋ ਕੈਪਟਨ ਮਰੇ ਨੇ ਇਹ ਪ੍ਰਸ਼ਨ ਪੁੱਛਿਆ ਸੀ ਰਤਨ ਸਿੰਘ ਭੰਗੂ ਤੋਂ, ਇਥੋਂ ਸਾਰੇ ਗ੍ਰੰਥ ਰਚਨ ਦੀ ਵਿਥਿਆ ਸ਼ੁਰੂ ਹੋਈ ਸੀ। ਕਹਿਣ ਲੱਗੇ ਮੈਂ ਖਾਲਸੇ ਦੀ ਉਤਪਤੀ ਜਿਹੜੀ ਏ ਉਹ ਨਿਜ ਕਰੋ ਸਹਾਇ ਲਿਖਣ ਲੱਗਾ ਹਾਂ, ਤੁਸੀਂ ਆਪਣਾ ਹੱਥ ਮੇਰੇ ਸਿਰ ਤੇ ਰੱਖਣਾ, ਅਸੀਸ ਦੇਣੀ, ਬਲ ਬਖਸ਼ਣਾ, ਤੌਫੀਕ ਬਖਸ਼ਣੀ, ਵਿਵੇਕ ਬੁੱਧੀ ਬਖਸ਼ਣੀ ਕਿ ਮੈਂ ਖਾਲਸੇ ਦੀ ਉਤਪਤੀ ਦੀ ਹਿਸਟੋਰੀ ਇਤਿਹਾਸ ਲਿਖ ਸਕਾਂ। ਚੌਪਈ ਅਬ ਮੈਂ ਲਿਖੋ ਸਿੰਘਨ ਕੀ ਸਾਖੀ। ਹੁਣ ਮੈਂ ਗੁਰਸਿੱਖਾਂ ਦੀ, ਗੁਰੂ ਕੇ ਸੂਰਬੀਰ ਸਿੰਘਾਂ ਦੀ ਸਾਖੀ ਲਿਖਣ ਲੱਗਾ ਹਾਂ। ਜਿਹ ਬਿਦ ਵੱਡਨ ਅਸਾਡਨ ਸਾਖੀ। ਜਿਸ ਤਰੀਕੇ ਦੇ ਨਾਲ ਮੈਂ ਆਪਣੇ ਵੱਡੇ ਵਡੇਰਿਆਂ ਤੋਂ, ਕਿਉਂਕਿ ਗੁਰੂ ਕੀ ਸੰਗਤ ਭਾਈ ਰਤਨ ਸਿੰਘ ਭੰਗੂ ਜਿਹੜੇ ਨੇ ਉਹ ਕੋਈ ਸਧਾਰਨ ਵਿਅਕਤੀ ਨਹੀਂ ਨੇ, ਉਹ ਸਰਦਾਰ ਮਤਾਬ ਸਿੰਘ ਮੀਰਾ ਕੋਟੀਏ ਉਹਦੇ ਪੋਤਰੇ ਨੇ। ਸੋ ਉਹਨਾਂ ਦਾ ਨਾਨਾ ਕਰੋੜੀਆ ਮਿਸਲ ਦੇ ਕਿਸੇ ਲਈ ਮੁਖੀ ਹੁੰਦੇ ਸਨ। ਨਾਨਕਾ ਪਰਿਵਾਰ ਵੀ ਗੁਰਸਿੱਖੀ ਨਾਲ, ਦਾਦਕਾ ਪਰਿਵਾਰ ਵੀ ਗੁਰਸਿੱਖੀ ਨਾਲ। ਸਰਦਾਰ ਰਾਏ ਸਿੰਘ ਦੇ ਪੁੱਤਰ ਸਨ। ਰਾਏ ਸਿੰਘ ਉਹ ਜਿਨ੍ਹਾਂ ਨੂੰ ਔਰ ਭਗਤ ਨਿਰੰਜਨੀਆਂ ਨੇ ਕਤਲ ਕਰਾਉਣ ਦਾ ਯਤਨ ਕੀਤਾ, ਆਪਣੇ ਮਨੋਂ ਮਾਰ ਕੇ ਸੁੱਟ ਗਏ, ਪਰ ਫਿਰ ਗੁਰੂ ਦੀ ਕਿਰਪਾ ਸਦਕਾ ਉਹ ਫੱਟੜ ਹਾਲਤ ਵਿੱਚ ਦੁਬਾਰਾ ਠੀਕ ਹੋ ਗਏ। ਸੋ ਇਸ ਤਰ੍ਹਾਂ ਦਾ ਪਰਿਵਾਰ ਜਿਹਦੀ ਬੜੀ ਵੱਡੀ ਕੁਰਬਾਨੀ। ਹੁਣ ਤੇ ਸੰਗਤ ਜੀ ਜਿਹੜਾ ਸਕਾਲਰ ਹੈ, ਕੋਈ ਡਾਕਟਰ ਹੈ, ਉਹ ਕਹਿੰਦਾ ਮੈਂ ਤੇ ਡਾਕਟਰ ਹਾਂ, ਮੈਂ ਲੜ ਨਹੀਂ ਸਕਦਾ। ਜਿਹੜਾ ਕੋਈ ਪਾਇਲਟ ਉਹ ਕਹਿੰਦਾ ਜੀ ਮੇਰੇ ਤੋਂ ਜਹਾਜ਼ ਡਾਲੋ, ਮੈਂ ਸ਼ਮਸ਼ੀਰ ਨਹੀਂ ਪਕੜ ਸਕਦਾ। ਪਰ ਸਾਡੇ ਜਿਹੜੇ ਪ੍ਰਾਤਨ ਸਿੰਘ ਨੇ ਉਹ ਹਰਫਨ ਮੌਲਾ ਹੁੰਦੇ ਸਨ। ਤੁਹਾਨੂੰ ਪਤਾ ਹਰਫਨ ਮੌਲਾ ਕਿਹਨੂੰ ਕਹਿੰਦੇ? ਹਰਫਨ ਮੌਲਾ ਮੀਨਜ਼ ਜਿਹੜਾ ਕਈ ਇੱਕ ਸਕਿੱਲ ਵਿੱਚ ਨਿਪੁੰਨ ਹੋਵੇ, ਹਰਫਨ ਮੌਲਾ। ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਕਈ ਸਕਿੱਲ ਵਿੱਚ, ਕਈ ਕਲਾਵਾਂ ਦੇ ਵਿੱਚ ਉਹ ਨਿਪੁੰਨ ਹੁੰਦੇ ਸਨ ਗੁਰੂ ਕੇ ਸਿੱਖ। ਤੋ ਇਸ ਪ੍ਰਕਾਰ ਗੁਰੂ ਕੀ ਸੰਗਤ ਸਰਦਾਰ ਰਤਨ ਸਿੰਘ ਭੰਗੂ ਕਹਿੰਦੇ ਮੈਂ ਹੁਣ ਖਾਲਸੇ ਦੀ ਗਾਥਾ ਲਿਖਣ ਲੱਗਾ ਹਾਂ। ਔਰ ਪੁਰਾਤਨ ਤੇ ਵੀ ਸੁਣੀ। ਹੋਰ ਵੀ ਮੈਂ ਬਹੁਤ ਸਾਰੇ ਪ੍ਰਾਤਨ ਗੁਰਸਿੱਖਾਂ ਤੋਂ ਜਿਵੇਂ ਗੁਰੂ ਕਾ ਇਤਿਹਾਸ ਸੁਣਿਆ ਹੈ। ਉਤੇ ਜੋ ਬਿਰਧ ਸਿੱਖ ਬਹੁ ਗੁਣੀ। ਜਿਹੜੇ ਗੁਣੀ ਸਿੱਖ ਸਨ ਤੇ ਬਿਰਧ ਅਵਸਥਾ ਵਿੱਚ ਸਨ, ਸੀਨਾ ਬਸੀਨਾ, ਸੋ ਉਹਨਾਂ ਕੋਲ ਗੁਰੂ ਕੀ ਸੰਗਤ ਜੋ ਗੁਰੂ ਕਾ ਇਤਿਹਾਸ ਸੀ ਮੈਂ ਉਹਨਾਂ ਕੋਲੋਂ ਵੀ ਸਰਵਣ ਕੀਤਾ। ਸੋ ਮੈਂ ਕਹੋ ਯਥਾ ਮਤ ਮਾਹੀ। ਜਿਤਨੀ ਕੁ ਮੇਰੀ ਮਤ ਬੁੱਧ ਕੰਮ ਕਰਦੀ ਹੈ ਸੋ ਉਸ ਨੂੰ ਮੈਂ ਆਖਣ ਲੱਗਾ ਹਾਂ, ਸੋ ਲਿਖਣ ਲੱਗਾ ਹਾਂ। ਮਨ ਤਨ ਪ੍ਰੀਤ ਭਾਉ ਭੈ ਦਾਹੀ। ਮੈਂ ਆਪਣੇ ਮਨ ਵਿੱਚ ਗੁਰੂ ਦੀ ਪ੍ਰੀਤ ਤੇ ਪਿਆਰ ਦੇ ਨਾਲ ਇਹ ਲਿਖਣ ਲੱਗਾ ਵਾਂ ਜਿਹੜੀ ਭੈ ਨੂੰ ਦਾਨ ਕਰਨ ਵਾਲੀ ਕਥਾ ਹੈ। ਜਿਹ ਬਿਦ ਕਹੀ ਅੰਗੇਜਨ ਸੰਗ। ਜਿਸ ਪ੍ਰਕਾਰ ਅੰਗਰੇਜ਼ਾਂ ਦੇ ਨਾਲ ਇਹ ਵਾਰਤਾਲਾਪ ਹੋਇਆ। ਰਖੋ ਉਥਾਨਕਾ ਸੋ ਪ੍ਰਸੰਗ। ਸੋ ਉਸ ਦੀ ਮੈਂ ਉਥਾਨਕਾ ਲਿਖਣ ਲੱਗਾ ਹਾਂ, ਜਿਸ ਨੂੰ ਅੱਜ ਕੱਲ ਦੀ ਬੋਲੀ 'ਚ ਭੂਮਿਕਾ ਕਹਿੰਦੇ ਹੋ, ਕਿ ਇਹ ਕਿਸ ਪ੍ਰਕਾਰ ਮੈਨੂੰ ਲਿਖਣ ਦੀ ਜ਼ਰੂਰਤ ਪਈ। ਸੋ ਗੁਰੂ ਕੀ ਸੰਗਤ ਜੀ ਸ਼੍ਰੀ ਪੰਥ ਪ੍ਰਕਾਸ਼ ਦੀ ਉਥਾਨਕਾ ਸਰਵਣ ਕਰੋ। ਉਤੋ ਟਬਾਈ ਫਰਾਂਸੀਸ ਫਿਰੰਗੀ। ਸੋ ਇਹ ਇੱਕ ਫਰਾਂਸੀਸੀ ਫਰੰਗੀ ਅਫਸਰ ਸੀ ਜਿਸ ਦੇ ਨਾਮ ਦਾ ਜ਼ਿਕਰ ਕੀਤਾ ਰਤਨ ਸਿੰਘ ਭੰਗੂ। ਪੰਜਾਬੀ 'ਚ ਜਿਹੜੇ ਨਾਂ ਲਿਖਦਾ ਹੈ ਉਹ ਪ੍ਰੋਪਰ ਨਾਵਾਂ ਨਾਲੋਂ ਥੋੜੇ ਜਿਹੇ ਹਟਵੇਂ ਨਾਮ ਹਨ। ਮਰਹਟਨ ਨੌਕਰ ਰਖਿਓ ਸੁਜੰਗੀ। ਇਹਨਾਂ ਨੂੰ ਮਰਾਠਿਆਂ ਨੇ ਆਪਣੀ ਫੌਜ ਵਿੱਚ ਰੱਖਿਆ ਹੋਇਆ ਸੀ। ਜਿਸ ਗੋਰੇ ਅਫਸਰ ਦੇ ਨਾਮ ਦਾ ਜ਼ਿਕਰ ਆਇਆ ਹੈ। ਇੱਕ ਕੰਪੂ ਤਿਸ ਸਪੁਰਦ ਕਰ ਦਿਓ। ਸੋ ਇੱਕ ਕੈਂਪ ਇਹਦੇ ਸਪੁਰਦ ਫੌਜ ਦਾ ਕੀਤਾ ਹੋਇਆ ਸੀ। ਇਹਦੇ ਤੇ ਮਰਾਠੇ ਵਿਸ਼ਵਾਸ ਕਰਦੇ ਸਨ। ਇਹ ਜੋ ਟਪਾਈ ਕਰਕੇ ਗੋਰਾ ਅਫਸਰ ਫਰਾਂਸੀਸੀ ਸੀ। ਬਹੁਤ ਬਰਸ ਸੋ ਚਾਕਰ ਰਹਿਓ। ਸੋ ਬੜਾ ਲੰਮੇ ਸਮਾਂ, ਕਈ ਸਾਲ, ਕਈ ਦਹਾਕੇ ਉਹ ਫੌਜ ਦਾ ਅਫਸਰ ਰਿਹਾ ਤੇ ਇੱਕ ਪੂਰੀ ਬਟਾਲੀਅਨ ਨੂੰ ਉਹ ਇਸ ਪ੍ਰਕਾਰ ਕਮਾਨ ਉਹਨੇ ਸੰਭਾਲੀ ਹੋਈ ਸੀ। ਭਇਓ ਬੂਢੋ ਤੋ ਤੱਕਿਓ ਵਤਨ। ਉਹ ਜਦੋਂ ਬਜ਼ੁਰਗ ਹੋ ਗਿਆ ਤੇ ਉਹਦੇ ਮਨ ਵਿੱਚ ਵਿਚਾਰ ਆਈ ਵੀ ਹੁਣ ਜੋ ਮੈਂ ਕਮਾਈ ਕੀਤੀ ਹੈ, ਇਕੱਠਾ ਕੀਤਾ, ਲੈ ਕੇ ਵਾਪਸ ਆਪਣੇ ਵਤਨ ਫਰਾਂਸ ਚਲਾ ਜਾਵਾਂ। ਤੁਰਿਓ ਵੇਚ ਸਭ ਆਪਨ ਜਤਨ। ਸੋ ਆਪਣੇ ਯਤਨ ਨਾਲ ਜਿੰਨਾ ਕੁ ਉਹ ਧਨ ਲਿਜਾ ਸਕਦਾ ਸੀ, ਜਿਹੜਾ ਸਮਾਨ ਨਾਲ ਨਹੀਂ ਸੀ ਲਿਜਾ ਸਕਦਾ, ਉਹ ਇਸ ਪ੍ਰਕਾਰ ਵੇਚ ਆਦ ਕੇ ਉਹਨੇ ਪੈਸੇ ਵਟ ਲਏ। ਪੀਰੂ ਭੈਣ ਜਾਇਓ ਉਸ ਆਹ। ਸੋ ਦੂਸਰਾ ਉਹਦਾ ਇੱਕ ਭੈਣ ਦਾ ਪੁੱਤਰ ਸੀ ਗੋਰਾ ਅਫਸਰ ਪੀਰੂ ਨਾਮਕ। ਬਾਕੀ ਸੌਂਪ ਗਇਓ ਉਸ ਯਾਹੇ। ਤੇ ਬਾਕੀ ਸਾਰਾ ਸਾਜੋ ਸਮਾਨ ਜਿਹੜਾ ਸੀ ਜੋ ਨਹੀਂ ਸੀ ਵਿਕਦਾ, ਨਾਲ ਵੀ ਨਹੀਂ ਸੀ ਲਿਜਾ ਸਕਦਾ,
ਸੋ ਇਹ ਗੋਰਾ ਫਰਾਂਸੀਸੀ ਅਫਸਰ ਉਹਨੂੰ ਸੌਂਪ ਗਿਆ। ਦੋਹਰਾ ਸੋ ਪੀਰੂ ਇੱਕ ਕੰਪੂ ਔਰ ਕੀਏ ਤਿੰਨ ਚਾਰ। ਉਹ ਜਿਹੜਾ ਇਸ ਗੋਰੇ ਅਫਸਰ ਦਾ ਭਨੇਵਾ ਪੀਰੂ ਜਿਹਨੂੰ ਭਗਤ ਸਿੰਘ ਰਤਨ ਸਿੰਘ ਭੰਗੂ ਲਿਖਦੇ ਨੇ, ਉਹ ਉਹਦੇ ਨਾਲੋਂ ਜ਼ਿਆਦਾ ਲਾਇਕ ਨਿਕਲਿਆ। ਤੋਂ ਇੰਨਾ ਲਾਇਕ ਨਿਕਲਿਆ, ਇੰਨਾ ਉਹਨੇ ਤਨਦੇਹੀ ਨਾਲ ਕੰਮ ਕੀਤਾ, ਮਰਟਿਆਂ ਨੇ 4 ਕੈਂਪ ਉਹਦੇ ਮਤਹਿਤ ਕਰ ਦਿੱਤੇ। ਦਿੱਲੀ ਅਤੇ ਆਗਰੋ ਗੰਗ ਵਿੱਚ ਬਹਿਓ ਮਾਰ। ਇਸ ਪ੍ਰਕਾਰ ਦਿੱਲੀ, ਆਗਰਾ, ਗੰਗਾ ਦੇ ਕੰਢੇ ਕੰਢੇ ਜਿਹੜਾ ਦੇਸ਼ ਹੈ ਉਹ ਸਾਰਾ ਉਹਨੇ ਮਾਰ ਲਿਆ, ਆਪਣੀ ਮਤਹਿਤ ਕਬਜ਼ੇ ਵਿੱਚ ਲੈ ਲਿਆ। ਚੌਪਈ ਮਰਹਟਨ ਕੋ ਤਬ ਸੰਸੋ ਪਇਓ। ਉਸ ਵੇਲੇ ਜਦੋਂ ਉਹਨੇ ਕਬਜ਼ਾ ਕਰ ਲਿਆ ਤੇ ਆਕੀ ਹੋ ਕੇ ਬਹਿ ਗਿਆ, ਫਿਰ ਮਰਾਠਿਆਂ ਨੂੰ ਬੜਾ ਸੰਸਾ ਹੋਇਆ। ਸੰਸਾ ਜਿਹੜਾ ਹੈ, ਜਿਹਨੂੰ ਅੱਜ ਕੱਲ ਅਗਿਆਤ ਭੈ ਕਹਿੰਦੇ ਹੋ, ਬੜਾ ਅਜੀਬੋ ਗਰੀਬ ਜਿਹਾ, ਕੋਈ ਗੁਨਾਹ ਨਹੀਂ ਕੀਤਾ, ਕੋਈ ਅਪਰਾਧ ਨਹੀਂ, ਫਿਰ ਵੀ ਅੰਦਰੋਂ ਬੰਦਾ ਡਰਿਆ ਜਿਹਾ, ਇਸ ਤਰ੍ਹਾਂ ਉਹਨਾਂ ਨੂੰ ਸੰਸਾ ਪੈਦਾ ਹੋਇਆ ਵੀ ਇਹ ਕੀ ਹੋ ਗਿਆ ਹੈ। ਚਾਹੇ ਮੁਲਕ ਉਸੈ ਤੇ ਲਿਓ। ਉਹ ਚਾਹੁੰਦੇ ਨੇ ਵੀ ਜਿਸ ਇਲਾਕੇ ਤੇ ਭੂਗੋਲਿਕ ਪ੍ਰਸਥਿਤੀਆਂ ਤੋਂ ਇਹਨੇ ਪੀਰੂ ਨੇ ਕਬਜ਼ਾ ਕੀਤਾ, ਉਹ ਅਸੀਂ ਜ਼ਮੀਨ ਇਹਦੇ ਤੋਂ ਕਬਜ਼ਾ ਛੁਡਾ ਕੇ ਆਪਣੇ ਮਤਹਿਤ ਕਰੀਏ। ਪੀਰੂ ਮਨਸੂਬੋ ਠਹਿਰਾਇਓ। ਉਧਰ ਉਹਨੇ ਇਹ ਮਨਸੂਬਾ ਠਹਿਰਾਇਆ, ਇਹ ਮਨ ਵਿੱਚ ਸਲਾਹ ਕੀਤੀ ਇਸ ਪ੍ਰਕਾਰ ਜੀ, ਵੇਚ ਦੇਸ਼ ਅੰਗਰੇਜ਼ਨ ਦੇ ਗਇਓ। ਤੇ ਉਹਨੇ ਇਹ ਕਬਜ਼ੇ ਤੋਂ ਕਬਜ਼ਾ ਅੱਗੇ ਅੰਗਰੇਜ਼ਾਂ ਨੂੰ ਵੇਚਣ ਦੀ ਬਿਉਂਤ ਬਣਾਈ ਵੀ ਮਰਾਠੇ ਮੇਥੋਂ ਕਬਜ਼ਾ ਕਰ ਲੈਣ, ਉਸ ਤੋਂ ਪਹਿਲਾਂ ਮੈਂ ਇਹ ਅੰਗਰੇਜ਼ਾਂ ਨੂੰ ਇਲਾਕਾ ਵੇਚ ਕੇ ਔਰ ਰੁਪਈਏ ਵੱਟ ਕੇ ਇੱਥੋਂ ਨਿਕਲ ਜਾਂਦਾ ਹਾਂ। ਸੈ 1860 ਸਾਲ। ਇਸ ਪ੍ਰਕਾਰ ਗੁਰੂ ਕੀ ਸੰਗਤ ਜੀ 1860 ਵਿੱਚ ਗਇਓ ਮਰਹਟਨ ਕੋ ਵਹ ਗਾਲ। ਉਹ ਇਸ ਪ੍ਰਕਾਰ ਇਸ ਜਗ੍ਹਾ ਨੂੰ ਵੇਚ ਕੇ ਮਰਾਠਿਆਂ ਨੂੰ ਚਕਮਾ ਦੇ ਗਿਆ। ਲਿਓ ਮੁਲਕ ਅੰਗਰੇਜ਼ਨ ਰੋਕ। ਸੋ ਉਹ ਜਿਹੜਾ ਮੁਲਕ ਸੀ ਅੰਗਰੇਜ਼ਾਂ ਨੇ, ਜੋ ਈਸਟ ਇੰਡੀਆ ਕੰਪਨੀ ਰਾਹੀਂ ਬ੍ਰਿਟਿਸ਼ ਸਰਕਾਰ ਬਣੀ ਸੀ, ਉਹਦੇ ਤੇ ਉਹਨਾਂ ਨੇ ਆਪਣਾ ਕਬਜ਼ਾ ਕਰ ਲਿਆ। ਰਤਨ ਸਿੰਘ ਭੰਗੂ ਇਹ ਗ੍ਰੰਥ ਹੋਂਦ ਵਿੱਚ ਕਿਵੇਂ ਆਇਆ, ਕਿਵੇਂ ਲਿਖਣਾ ਪਿਆ, ਉਹਦੀ ਭੂਮਿਕਾ ਵਜੋਂ ਸਾਨੂੰ ਆਗਾਹ ਕਰ ਰਹੇ ਹਨ। ਮਰਹਟਨ ਕੈ ਘਰ ਪਰ ਗਇਓ ਸ਼ੋਕ। ਉਧਰ ਮਰਾਠਿਆਂ ਦੇ ਘਰ ਸ਼ੋਕ ਪੈ ਗਿਆ, ਭਾਵ ਉਹ ਵਿਆਕੁਲ ਹੋ ਗਏ। ਦਿੱਲੀ ਆਏ ਵੜਿਓ ਕਰਨੈਲ। ਇਸ ਪ੍ਰਕਾਰ ਇਹ ਕਰਨੈਲ ਦਿੱਲੀ ਆ ਵੜਿਆ। ਲੋਣੀ ਅਖਤਰ ਜੋ ਜਰਨੈਲ। ਉੱਥੇ ਜਿਹੜਾ ਦੂਸਰਾ ਜਰਨੈਲ ਸੀ, ਰੋਣੀ ਅਖਤਰ ਨਾਮੀ, ਇਸਲਾਮ ਦਾ ਧਾਰਨੀ, ਸਿੰਘਨ ਘੇਰ ਲਏ ਚੜ ਦਿੱਲੀ। ਉਧਰੋਂ ਉਹ ਸਮਾਂ ਹੈ ਜਦੋਂ ਸਿੰਘਾਂ ਨੇ ਦਿੱਲੀ ਨੂੰ ਚੜ ਕੇ ਘੇਰ ਲਿਆ। ਭਾਈ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਸੋ ਜੱਸਾ ਸਿੰਘ ਰਾਮਗੜੀਆ ਇਤਿਆਦ। ਗੱਲ ਅੰਗਰੇਜ਼ਨ ਕਰ ਦਈ ਢਿੱਲੀ। ਔਰ ਸਿੰਘਾਂ ਨੇ ਇਸ ਪ੍ਰਕਾਰ ਉੱਥੇ ਅੰਗਰੇਜ਼ਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ, ਤੁਰਕਾਂ ਮੁਗਲਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਅੰਗਰੇਜ਼ਨ ਜਰਨੈਲ ਮਨ ਗੁੱਸਾ ਆਇਆ। ਇਹ ਸਾਰਾ ਕੁਝ ਵੇਖ ਕੇ ਵੀ ਸਿੰਘ ਸਾਡੇ ਤੇ ਭਾਰੂ ਹੋ ਗਏ ਨੇ। ਅੰਗਰੇਜ਼ਾਂ ਦੇ ਜਰਨੈਲ ਜਿਹੜਾ, ਉਹਦੇ ਮਨ 'ਚ ਸਿੱਖਾਂ ਦੇ ਪ੍ਰਤੀ ਗੁੱਸਾ ਪ੍ਰਗਟ ਹੋਣਾ ਸੁਭਾਵਿਕ ਸੀ। ਨਹਿ ਸਿੰਘਨ ਸੋ ਜੋਰ ਬਸਾਇਆ। ਉਹਨੇ ਇਸ ਪ੍ਰਕਾਰ ਮਨਸੂਬਾ ਬਣਾਇਆ ਸਿੰਘਾਂ ਦੇ ਪ੍ਰਤੀ। ਸਾਧ ਸੰਗਤ ਜੀ, ਤਬ ਅੰਗਰੇਜ਼ਨ ਪੁੱਛਿਓ ਪਤਸ਼ਾਹ। ਫਿਰ ਅੰਗਰੇਜ਼ਾਂ ਨੇ ਉਸ ਮੁਗਲ ਪਾਤਸ਼ਾਹ ਨੂੰ ਪੁੱਛਿਆ, ਸਿੰਘਨ ਮੁਲਕ ਦਿਓ ਕਿ ਨਾ ਹੈ। ਇਹ ਸਿੱਖ ਕੌਣ ਨੇ ਤੇ ਇਹਨਾਂ ਨੂੰ ਇਹ ਮੁਲਕ ਕਿਹਨੇ ਦਿੱਤਾ ਹੈ, ਇਹਨਾਂ ਨੂੰ ਸਰਦਾਰੀਆਂ ਕਿਹਨੇ ਦਿੱਤੀਆਂ ਹਨ। ਦੋਹਰਾ ਮਾਰਿਓ ਕੌਣ ਗਨੀਮ ਇਨ, ਕੌਣ ਸਵਾਰਿਓ ਕਾਮ। ਇਹਨਾਂ ਨੇ ਕਿਹੜੇ ਗਨੀਮ ਨੂੰ, ਕਿਹੜੇ ਦੁਸ਼ਮਣ ਨੂੰ ਮਾਰਿਆ, ਕਿਹੜਾ ਬਹਾਦਰੀ ਦਾ ਕੰਮ ਕੀਤਾ ਹੈ ਵੀ ਧਰਤੀ ਤੇ ਪਾਤਸ਼ਾਹ ਬਣੇ ਫਿਰਦੇ ਨੇ, ਇਹਨਾਂ ਬਾਰੇ ਸਾਨੂੰ ਕੁਝ ਦੱਸੋ। ਦੀਨੋ ਪਟੋ ਲਿਖਾਏ ਜਿਨ, ਕਹੋ ਸ਼ਾਹੇ ਉਸ ਨਾਮ। ਕਿਹੜੇ ਸ਼ਾਹ ਨੇ ਇਹਨਾਂ ਨੂੰ ਧਰਤੀ ਦਾ ਪਟਾ ਲਿਖ ਕੇ ਦਿੱਤਾ। ਬੜੇ ਵਿਵਾਕ ਜਿਹੇ ਹੋ ਕੇ ਘੋੜੇ ਭਜਾਉਂਦੇ ਫਿਰਦੇ ਨੇ ਸ਼ਹਿਰਾਂ ਪਿੰਡਾਂ ਵਿੱਚ। ਕੌਣ ਲੋਕ ਨੇ, ਕਿਹਨਾਂ ਨੇ ਅਧਿਕਾਰ ਦਿੱਤੇ ਨੇ ਇਹਨਾਂ ਨੂੰ। ਚੌਪਈ ਤਬ ਪਾਤਸ਼ਾਹ ਉੱਤਰ ਕਹਿਓ, ਨਹੀਂ ਸ਼ਾਹੇ ਕਿਨ ਇਨ ਕੋ ਲਿਖ ਦਿਓ। ਉਗੋਂ ਫਿਰ ਉਸ ਮੁਗਲ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਜਵਾਬ ਦਿੱਤਾ ਵੀ ਕਿਸੇ ਵੀ ਬਾਦਸ਼ਾਹ ਨੇ, ਕਿਸੇ ਵੀ ਸਮਰਾਟ ਨੇ ਕੋਈ ਅਧਿਕਾਰ, ਕੋਈ ਪਟਾ ਲਿਖ ਕੇ ਇਹਨਾਂ ਨੂੰ ਨਹੀਂ ਦਿੱਤਾ। ਨਹੀਂ ਕਾਮ ਕੋ ਇਨੈ ਸਵਾਰਿਓ, ਨਹਿ ਗਨੀਮ ਕੋ ਇਨ ਨਹਿ ਮਾਰਿਓ। ਨਾ ਇਹਨਾਂ ਕੋਈ ਕੰਮ ਸਵਾਰਿਆ ਤੇ ਨਾ ਹੀ ਕੋਈ ਦੁਸ਼ਮਣ ਇਹਨਾਂ ਨੇ ਮਾਰਿਆ, ਜਿਹਦੇ ਕਰਕੇ ਇਹ ਇਹਨਾਂ ਨੂੰ ਹਾਸਲ ਹੋਇਆ ਹੈ। ਨਿਜਮਲ ਮੁਗਲ ਨੈ ਨਾਦਰ ਬੁਲਾਇਓ। ਇਸ ਪ੍ਰਕਾਰ ਇੱਥੇ ਘਟਨਾਕ੍ਰਮ ਇਹ ਵਾਪਰਿਆ ਵੀ ਸਾਡੇ ਹੀ ਇੱਕ ਮੁਸਲਮਾਨ ਨੇ ਉਧਰੋਂ ਹਮਲਾਵਰਾਂ ਨੂੰ ਅਰਬ ਵਿੱਚੋਂ ਸੱਦਿਆ। ਦਿੱਲੀ ਕੋ ਉਨ ਨਾਸ ਕਰਾਇਓ। ਔਰ ਇਸ ਪ੍ਰਕਾਰ ਦਿੱਲੀ ਦਾ ਉਹਨਾਂ ਨੇ ਨਾਸ਼ ਕਰਵਾਇਆ। ਇਸ ਪ੍ਰਕਾਰ ਬੇਵਫਾਈ ਕੀਤੀ। ਰੁਹੇਲੇ ਨਜੀਬੇ ਅਹਿਮਦ ਸ਼ਾਹ ਸਦਵਾਇਓ। ਤੇ ਇੱਕ ਹੋਰ ਇਸ ਪ੍ਰਕਾਰ ਹਾਕਮ ਦਾ ਨਾਂ ਲੈ ਕੇ ਰਤਨ ਸਿੰਘ ਭੰਗੂ ਕਹਿਣ ਲੱਗੇ, ਉਹਨੇ ਹੀ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਾ ਦਿੱਤਾ ਸੀ ਵੀ ਸਰਕਾਰ ਬੜੀ ਢਿੱਲੀ ਏ, ਫੌਜੀ ਤਿਆਰੀ ਨਾ ਮਾਤਰ ਏ, ਜੇ ਤੂੰ ਹੱਲਾ ਕਰਦਾ ਤੇ ਜਿੱਤ ਤੇਰੀ ਪੱਕੀ ਹੈ। ਭਾਉ ਮਰਹਟੋ ਉਹਨੇ ਗਲਵਾਇਓ। ਇਸ ਪ੍ਰਕਾਰ ਮਰਾਠਿਆਂ ਦਾ ਨੁਕਸਾਨ ਵੀ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਇਤਿਆਦਿਕ ਇਹਨਾਂ ਰਾਹੀਂ
ਸੋ ਸਾਡੇ ਆਪਣੇ ਵਿੱਚੋਂ ਹੀ ਗਦਾਰ ਲੋਕਾਂ ਨੇ ਸੱਦ ਕੇ ਕਰਵਾਇਆ ਹੈ। ਆਪ ਥੱਕ ਕੇ ਵਹ ਮੁੜ ਗਇਓ, ਉਹ ਲੁੱਟ-ਕੁੱਟ ਕਰਕੇ ਆਪ ਥੱਕ ਕੇ ਵਾਪਸ ਮੁੜ ਗਿਆ। ਮੁਲਕ ਆਕੀ ਇਮ ਉਸ ਤੇ ਰਹਿਓ, ਤੇ ਮੁਲਕ ਉਹ ਆਕੀ ਕਰ ਗਿਆ। ਇੱਥੇ ਰਾਜ ਵਿੱਚ ਅਰਾਜਕਤਾ ਫੈਲ ਗਈ, ਖਲਜਗਨ ਮਚ ਗਿਆ। ਸ਼ਾਹੇ ਦੁਸ਼ਟ ਇਮ ਕਪਟ ਉਚਾਰਾ, ਤੋ ਸ਼ਾਹ ਨੇ ਦੁਸ਼ਟ ਨੇ ਇਸ ਪ੍ਰਕਾਰ ਕਪਟ ਉਚਾਰਨ ਕੀਤਾ। ਸਿੰਘਨ ਉਪਰ ਤੋੜਾ ਝਾੜਾ, ਉਹਨੇ ਸਿੱਖਾਂ ਦੀ ਤਾਰੀਫ ਗੋਰਿਆਂ ਕੋਲ ਨਾ ਕੀਤੀ, ਸਗੋਂ ਤੋੜਾ ਸਿੰਘਾਂ ਦੇ ਉੱਤੇ ਝਾੜ ਦਿੱਤਾ। ਨਹਿ ਸਿੰਘਨ ਕੋ ਉਨ ਰਹਿਤ ਬਤਾਇਓ, ਉਹਨੇ ਸਿੱਖਾਂ ਦਾ ਕੋਈ ਬਹਾਦਰੀ ਵਾਲਾ ਕਾਰਨਾਮਾ ਨਾ ਦੱਸਿਆ, ਮਨ ਵਿੱਚ ਕਪਟ ਰੱਖ ਕੇ ਬਿਆਨ ਕੀਤੀ ਗੱਲ। ਨਹਿ ਉਨ ਖਾਲਸੋ ਪੰਥ ਜਤਾਇਓ, ਨਾ ਹੀ ਉਹਨੇ ਦੱਸਿਆ ਵੀ ਇਹਨਾਂ ਦਾ ਵੱਖਰਾ ਪੰਥ ਹੈ ਤੇ ਬੜੀ ਬਹਾਦਰਾਂ ਦੀ ਕੌਮ ਹੈ, ਬੜੇ ਯੋਧੇ ਹੁੰਦੇ ਨੇ। ਦਿੱਲੀ ਦੇ ਬਾਦਸ਼ਾਹ ਨੇ ਇਸ ਪ੍ਰਕਾਰ ਗਲਤ ਬਿਆਨਬਾਜ਼ੀ ਕੀਤੀ। ਨਹਿ ਉਨ ਗੁਰੂਨ ਭੇਦ ਕਛ ਕਹਾ, ਨਾ ਉਹਨੇ ਸਾਡੇ ਗੁਰੂ ਸਾਹਿਬਾਨ ਦੀ ਅਜ਼ਮਤ, ਉਹਨਾਂ ਦੀਆਂ ਰਹਿਮਤਾਂ, ਬਾਬੇ ਤਾਰੇ ਚਾਰ ਚੱਕ ਜਾਂ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਕਲਗੀਧਰ ਪਾਤਸ਼ਾਹ ਦੀ ਬਹਾਦਰੀ ਇਤਿਆਦਿਕ ਇਹ ਸਾਰੀਆਂ ਗੱਲਾਂ ਉਹ ਲੁਕਾ ਗਿਆ। ਗੁਰੂਨ ਸ਼ਾਹਨ ਜਿਮ ਝਗੜੋ ਰਹਾ, ਜਿਸ ਤਰ੍ਹਾਂ ਬਾਬਰ ਕੇ ਤੇ ਬਾਬੇ ਕੇ ਦੋਵੇਂ ਖਹਿੰਦੇ ਆਏ, ਉਹ ਸਾਰਾ ਸੰਵਾਦ ਉਹਨੇ ਲੁਕਾ ਲਿਆ ਗੋਰੇ ਅਫਸਰਾਂ ਕੋਲੋਂ। ਦੋਹਰਾ ਸ੍ਰੀ ਗੁਰੂ ਨਾਨਕ ਜਿਮ ਭਇਓ, ਆਗੇ ਵਧਿਓ ਪ੍ਰਤਾਪ। ਜਿਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਫਿਰ ਪ੍ਰਤਾਪ ਵੱਧਦਾ ਰਿਹਾ ਤੇ ਵਾਰੀ-ਵਾਰੀ 10 ਪਾਤਸ਼ਾਹੀਆਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਈਆਂ। ਜਿਮ ਬਾਬਰ ਪਰ ਕਿਰਪਾ ਭਈ, ਕਹਿਓ ਨਾ ਮਨ ਰਖ ਪਾਪ। ਤੋ ਜਿਸ ਪ੍ਰਕਾਰ ਬਾਬਰ ਨੇ ਵੀ ਗੁਰੂ ਨਾਨਕ ਸਾਹਿਬ ਤੋਂ ਰਹਿਮਤ ਲਈ ਸੀ, ਉਹਨੇ ਮਨ 'ਚ ਪਾਪ ਰੱਖ ਕੇ ਉਹ ਬਾਬਰ ਆਪਣੇ ਵੱਡੇ ਦੀ ਗੱਲ ਵੀ ਨਾ ਦੱਸੀ ਵੀ ਸਾਨੂੰ ਵੀ ਰਹਿਮਤਾਂ ਗੁਰੂ ਘਰ ਚੋਂ ਪ੍ਰਾਪਤ ਹੋਈਆਂ ਨੇ, ਦੱਸਿਆ ਹੀ ਕੋਈ ਨਾ। ਚੌਪਈ ਜਿਮ ਫਿਰ ਮੁਗਲਨ ਹਿੰਦ ਸਤਾਏ, ਜਿਸ ਪ੍ਰਕਾਰ ਫਿਰ ਮੁਗਲਾਂ ਨੇ ਹਿੰਦੂਆਂ ਤੇ ਜ਼ੁਲਮ ਕੀਤੇ, ਸਿਤਮ ਕੀਤੇ, ਉਹ ਸਾਰੀਆਂ ਗੱਲਾਂ ਵੀ। ਜਿਮ ਉਨ ਸਿੱਖ ਔ ਗੁਰੂ ਅਕਾਏ, ਜਿਸ ਪ੍ਰਕਾਰ ਉਹਨਾਂ ਮੁਗਲਾਂ ਨੇ ਸਿੱਖਾਂ ਦੇ ਉੱਤੇ ਤਸੱਦਦ ਕੀਤਾ, ਗੁਰੂਆਂ ਨੂੰ ਸ਼ਹੀਦ ਕੀਤਾ, ਸਾਹਿਬਜ਼ਾਦੇ ਸ਼ਹੀਦ ਕੀਤੇ, ਇਤਿਆਦ ਦੇ ਸਾਰੇ ਘਟਨਾਕ੍ਰਮ। ਜਿਮ ਜਿਮ ਗੁਰੂਨ ਸਿਰਰ ਸੁਕੀਓ, ਜਿਸ ਪ੍ਰਕਾਰ ਗੁਰੂ ਸਾਹਿਬਾਨ ਨੇ ਧਰਮ ਤੇ ਡਿੱਗ ਰਹਿੰਦਿਆਂ ਸਿਰੜ ਧਾਰਨ ਕੀਤੀ ਰੱਖਿਆ। ਸੀਸ ਦਿਓ ਔ ਸਿਰਰ ਨਾ ਦਿਓ, ਆਪਣੇ ਸੀਸ ਦੇ ਦਿੱਤੇ। ਗੁਰੂ ਅਰਜਨ ਸਾਹਿਬ ਨੇ ਸ਼ਹੀਦੀ ਜਾਮ ਪ੍ਰਾਪਤ ਕਰ ਲਿਆ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ, ਉਹ ਗੱਲਾਂ ਲੁਕਾ ਕੇ ਰੱਖੀਆਂ, ਅਰਥਾਤ ਬਿਆਨ ਨਾ ਕੀਤੀਆਂ ਦੁਸ਼ਟ ਨੇ। ਜਿਹ ਬਿਦ ਬੈਰ ਸ਼ਾਹਨ ਗੁਰ ਭਇਓ, ਜਿਸ ਪ੍ਰਕਾਰ ਸ਼ਾਹਾਂ ਦਾ ਤੇ ਗੁਰੂ ਗੱਦੀ ਦਾ, ਬਾਬਰਕਿਆਂ ਦਾ ਤੇ ਬਾਬੇ ਕਾ ਵੈਰ ਪਿਆ ਸਮਾਂ ਪਾ ਕੇ। ਜਿਮ ਗੁਰ ਹੁਕਮ ਹੋਏ ਪੰਥ ਰਚਿਓ, ਜਿਸ ਪ੍ਰਕਾਰ ਅਕਾਲ ਪੁਰਖ ਦੇ ਹੁਕਮ ਵਿੱਚ ਗੁਰੂ ਗੋਬਿੰਦ ਸਿੰਘ ਨੇ ਪੰਥ ਸਾਜਨਾ ਕੀਤੀ। ਪੰਥ ਮਦਦ ਕੋ ਚੰਡ ਜਗਾਈ, ਜਿਸ ਪ੍ਰਕਾਰ ਪੰਥ ਦੀ ਮਦਦ ਵਾਸਤੇ ਭਗਉਤੀ ਸ਼ਮਸ਼ੀਰ ਜਿਹੜੀ ਹੈ ਪ੍ਰਚੰਡ ਕੀਤੀ। ਚੰਡ ਭੇਟ ਦਏ ਬੇਟ ਲਗਾਈ, ਜਿਸ ਪ੍ਰਕਾਰ ਧਰਮ ਦੀ ਰੱਖਿਆ ਵਾਸਤੇ ਆਪਣੇ ਬੱਚੇ ਤੱਕ ਕੁਰਬਾਨ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਇਹਨੇ ਦੱਸਿਆ ਹੀ ਨਹੀਂ ਗੋਰਿਆਂ ਨੂੰ। ਦੇਹ ਆਪਨ ਵੀ ਚੰਡ ਚੜਾਈ, ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਵੀ ਆਪਾ ਵੀ ਕੁਰਬਾਨ ਕਰ ਦਿੱਤਾ ਨਾਂਦੇੜ ਸਾਹਿਬ ਜਾ ਕੇ। ਵਹ ਤੁਰਕਨ ਸਿਰ ਭਈ ਬੁਰਾਈ, ਉਹ ਤੁਰਕਾਂ ਦੇ ਸਿਰ ਤੇ ਬੁਰਾਈ ਆਉਂਦੀ ਸੀ, ਸੋ ਇਹਨਾਂ ਤੁਰਕਾਂ ਨੇ ਉਹ ਗੱਲ ਗੋਰਿਆਂ ਤੋਂ ਲੁਕਾ ਲਈ ਵੀ ਅਸੀਂ ਵੀ ਇਹਨਾਂ ਨਾਲ ਧੱਕੇ ਕਰਦੇ ਰਹੇ ਹਾਂ। ਪੰਥ ਖਾਤਰ ਗੁਰ ਇਤੀ ਕਮਾਈ, ਪੰਥ ਵਾਸਤੇ ਗੁਰੂ ਸਾਹਿਬ ਨੇ ਏਡੀ ਵੱਡੀ ਕਮਾਈ, ਐਡਾ ਵੱਡਾ ਤਿਆਗ ਕੀਤਾ ਗੁਰੂ ਕੀ ਸੰਗਤ ਜੀ। ਸੋ ਦੁਸ਼ਟ ਨਹਿ ਨਾਹੇ ਸੁਨਾਈ, ਉਸ ਦੁਸ਼ਟ ਹਾਕਮ ਨੇ ਅੰਗਰੇਜ਼ ਦੇ ਸਵਾਲ ਦੇ ਜਵਾਬ ਵਿੱਚ ਇਸ ਘਟਨਾਕ੍ਰਮ ਵਿੱਚੋਂ ਕੋਈ ਘਟਨਾ ਵੀ ਨਹੀਂ ਸੁਣਾਈ ਸੀ। ਦੋਹਰਾ ਆਪ ਪੀਏ ਅਪਰਾਧ ਬਿਨ, ਸ਼ੀਰ ਖੋਰ ਗੁਰਬਾਲ। ਇਸੇ ਪ੍ਰਕਾਰ ਜਿਸ ਪ੍ਰਕਾਰ ਕਲਗੀਧਰ ਪਾਤਸ਼ਾਹ ਦੇ ਛੋਟੇ ਛੋਟੇ ਸ਼ੀਰ ਖੋਰ ਦੁੱਧ ਪੀਂਦੇ ਬੱਚੇ ਸ਼ਹੀਦ ਕੀਤੇ, ਇਤਿਆਦ। ਬੇਦੋਸ਼ੇ ਫੜ ਗਲ ਕੱਟੇ, ਕਹਿਓ ਨਾ ਉਨੈ ਹਵਾਲ। ਬੇਦੋਸ਼ੀਆਂ ਨੂੰ ਇਸ ਪ੍ਰਕਾਰ ਗਲ ਕੱਟ ਕੇ ਸ਼ਹੀਦ ਕੀਤਾ। ਸੰਗਤ ਜੀ ਕਹਿੰਦੇ ਨੇ ਵੀ ਨੀਆਂ ਵਿੱਚ ਤੇ ਚਿਣਿਆ। ਅੱਲਾ यार खां जोगी भी कहता भी दीवार के दबाव में जब हब्श दम हुआ, दौरान ने खून रुकने लगा, सांस कम हुआ। पर कहते ने भी फिर भी साहिबजादे जदों इस तरह नीआं दीवारां डिग पईयां ते शरीर भी डिग पए नीम बेहोशी विच, तां उन्हां ज़लादां ने साहिबजादियां दे छातियां दे उत्ते बैठ के करदां नाल उन्हां नूं जिबा कीता, इस प्रकार शहीद कीता। ये भी कवि दूना सिंह कथा गुरु जी के सुतन की विच ते सरदार रतन सिंह भंगू भी ठीक उस तरह
ਇਸ਼ਾਰਾ ਕਰ ਰਹੇ ਹਨ। ਚੌਪਈ ਫਿਰ ਬਹਾਦਰ ਸ਼ਾਹ ਗੁਰ ਲਿਓ ਰਿਝਾਈ। ਫੇਰ ਸਮਾਂ ਆਇਆ ਔਰੰਗਜ਼ੇਬ ਦੇ ਇੰਤਕਾਲ ਤੋਂ ਬਾਅਦ ਤਾਰਾ ਆਜਮ ਤੇ ਬਹਾਦਰ ਸ਼ਾਹ ਵਿੱਚ ਜੰਗ ਹੋਇਆ ਤੇ ਬਹਾਦਰ ਸ਼ਾਹ ਦੀ ਮਹਾਰਾਜ ਨੇ ਮਦਦ ਕੀਤੀ। ਪਤਸਾਹੇ ਕੀਓ ਸਭ ਕਲਾ ਦਿਖਾਈ। ਇਸ ਪ੍ਰਕਾਰ ਉਹਨੂੰ ਪਾਤਸ਼ਾਹੀ ਲੈ ਕੇ ਦਿੱਤੀ, ਸਤਿਗੁਰੂ ਨੇ ਆਪਣੀ ਕਲਾ ਦਿਖਾਈ। ਭੇਜ ਬੰਦੇ ਕੋ ਫਿਰ ਖੋਹੇ ਲਈ। ਫਿਰ ਇਸ ਪ੍ਰਕਾਰ ਗੁਰੂ ਕੀ ਸੰਗਤ ਜੀ ਸਮਾਂ ਬੀਤਦਾ ਗਿਆ। ਤਤ ਖਾਲਸੇ ਪੈ ਸੋਊ ਆਈ। ਸੋ ਇਸ ਪ੍ਰਕਾਰ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਤੇਜ ਪ੍ਰਤਾਪ ਹੋਇਆ। ਉਦੋਂ ਬਾਅਦ ਫਿਰ ਤਤ ਖਾਲਸਾ ਹੋਂਦ ਵਿੱਚ ਆਇਆ। ਦੋਹਰਾ ਕਹੀ ਨਾ ਗੱਲ ਵਹ ਗੁਰਨ ਕੀ, ਔ ਕਹੀ ਨਾ ਗੱਲ ਵਹ ਪੰਥ। ਉਹਨੇ ਇਸ ਪ੍ਰਕਾਰ ਗੁਰੂ ਸਾਹਿਬਾਨ ਦੀ ਤੇ ਪੰਥ ਦੀ ਵਡਿਆਈ ਚ ਕੋਈ ਗੱਲ ਨਾ ਕੀਤੀ। ਕੁਲ ਤੇ ਬੀਤੇ ਬਰਸ ਬਹੁ ਪਾਤਸ਼ਾਹ ਔਰ ਗੁਰ ਸੰਤ। ਕਿਸ ਤਰ੍ਹਾਂ ਪਾਤਸ਼ਾਹ ਤੇ ਗੁਰੂ ਸੰਤਾਂ ਦੀ ਘੁਲਦਿਆਂ ਯੁੱਧ ਕਰਦਿਆਂ ਸਮਾਂ ਬਤੀਤ ਹੋਇਆ, ਇਹ ਗੱਲਾਂ ਉਹਨਾਂ ਨੇ ਲੁਕਾ ਲਈਆਂ। ਸੋ ਇਹ ਹੈ ਉਥਾਨਕਾ ਸ੍ਰੀ ਗੁਰਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਕ੍ਰਿਤ ਦੀ। ਅਜੇ ਉਥਾਨਕਾ ਜਾਰੀ ਹੈ ਪਰ ਸਮਾਂ ਸਮਾਪਤ ਹੈ। ਮੈਨੂੰ ਪ੍ਰਬੰਧ ਵੱਲੋਂ 8:05 ਤੱਕ ਕਥਾ ਕਰਨ ਦਾ ਹੁਕਮ ਹੋਇਆ ਸੀ, ਸੋ ਸਮਾਂ ਸਮਾਪਤ ਹੈ। ਮੈਂ ਸਮਝਣਾ ਪੰਕਚੁਅਲਿਟੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਬਹੁਤ ਜ਼ਿਆਦਾ ਬੋਲਣਾ ਕੋਈ ਬਹਾਦਰੀ ਨਹੀਂ ਹੁੰਦੀ। ਮੇਰਾ ਸਮਾਂ ਭਾਵੇਂ ਹੋ ਗਿਆ। ਮੇਰੇ ਅਜ਼ੀਜ਼ ਮਿੱਤਰ ਗਿਆਨੀ ਜੀ ਮੇਰੇ ਸਾਹਮਣੇ ਬੈਠੇ ਨੇ। ਮੈਂ ਜਦੋਂ ਪਹਿਲੀ ਵਾਰ ਕਿਤਾਬ ਪੜ੍ਹੀ ਨਾ ਜਨਤਾ ਵਿੱਚ ਕਿਵੇਂ ਬੋਲੀਏ, ਪ੍ਰਿੰਸੀਪਲ ਗੰਗਾ ਸਿੰਘ ਦੀ, ਉਹਨਾਂ ਨੇ ਉਹਦੇ 'ਚ ਗੱਲ ਲਿਖੀ ਸੀ ਵੀ ਜਿੰਨੀ ਮਰਜ਼ੀ ਵਧੀਆ ਕੋਈ ਤਕਰੀਰ ਕਰ ਲੈ, ਜੇ 5 ਮਿੰਟ ਉੱਤੇ ਚਲਾ ਜਾਏ ਤੇ ਸਮਝ ਲਓ ਨੇ ਸਾਰੀ ਲੱਸੀ ਕਰ ਦਿੱਤੀ। ਪਰ ਹੁਣ ਸਾਡੀਆਂ ਧਾਰਮਿਕ ਸਟੇਜਾਂ ਤੇ ਇਸ ਗੱਲ ਨੂੰ ਅਪਲਾਈ ਨਹੀਂ ਕੀਤਾ ਜਾਂਦਾ। ਗੁਰੂ ਸਾਨੂੰ ਸਾਰਿਆਂ ਨੂੰ ਸਮਤ ਬਖਸ਼ ਲੈ। ਅੰਤਲੀਆਂ 2 ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਗਜਾਈਏ ਜੀ। ਕਹੀ ਨਾ ਗੱਲ ਵਹ ਗੁਰਨ ਕੀ, ਔ ਕਹੀ ਨਾ ਗੱਲ ਵਹ ਪੰਥ। ਕੁਲ ਤੇ ਬੀਤੇ ਬਰਸ ਬਹੁ ਪਾਤਸ਼ਾਹ ਔ ਗੁਰ ਸੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।